Yes, students, let us go through the explanation of this poem. The Hunter and the Deer. The hunter went on a journey to find some deer meat. शिकारी है ਜਿਹੜਾ ਉਹ ਇੱਕ ਸਫ਼ਰ 'ਤੇ ਨਿਕਲ ਪਿਆ ਹੈ ਹਿਰਨ ਦੇ ਮਾंस ਦੀ ਤਲਾਸ਼ ਦੇ ਵਿੱਚ. He saw a buck and looked into his eyes. ਉਸਨੇ ਇੱਕ ਨਰ ਹਿਰਨ ਵੇਖਿਆ ਤੇ ਉਸ ਦੀਆਂ ਅੱਖਾਂ ਦੇ ਵਿੱਚ ਵੇਖਿਆ. He saw a plea. ਉਸ ਹਿਰਨ ਦੀਆਂ ਅੱਖਾਂ ਵਿੱਚ ਕੀ ਮਿਲਿਆ ਉਸਨੂੰ? ਇੱਕ ਬੇਨਤੀ ਮਿਲੀ. ਉਸਨੇ ਇੱਕ ਬੇਨਤੀ ਵੇਖੀ. The buck begging for his life. ਕਿ ਜਿਹੜਾ ਹਿਰਨ ਹੈ ਉਹ ਆਪਣੀ ਜ਼ਿੰਦਗੀ ਦੀ ਭੀਖ ਮੰਗ ਰਿਹਾ ਹੈ. A doe and a fawn came from behind, needing the buck in their lives. ਪਿੱਛੋਂ ਇੱਕ ਹਿਰਨੀ ਅਤੇ ਹਿਰਨ ਦਾ ਇੱਕ ਬੱਚਾ ਵੀ ਆ ਗਏ ਜਿਨ੍ਹਾਂ ਨੂੰ ਉਸ ਹਿਰਨ ਦੀ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰਤ ਹੈ. ਤਾਂ ਇਸ ਸਟੈਂਜਾ ਦੇ ਵਿੱਚ ਅਸੀਂ ਕੀ ਰੀਡ ਕੀਤਾ ਹੈ ਕਿ ਜਿਹੜਾ ਸ਼ਿਕਾਰੀ ਹੈ ਉਹ ਹਿਰਨ ਦੇ ਮਾंस ਦੀ ਤਲਾਸ਼ ਦੇ ਵਿੱਚ ਸ਼ਿਕਾਰ 'ਤੇ ਨਿਕਲ ਪਿਆ. ਉਸਨੂੰ ਇੱਕ ਹਿਰਨ ਮਿਲਿਆ ਔਰ ਹਿਰਨ ਦੀਆਂ ਅੱਖਾਂ ਵਿੱਚ ਜਦੋਂ ਉਸਨੇ ਵੇਖਿਆ ਤਾਂ ਉਸਨੂੰ ਉਸ ਹਿਰਨ ਦੀਆਂ ਅੱਖਾਂ ਵਿੱਚ ਇਹ ਬੇਨਤੀ ਮਿਲੀ ਕਿ ਉਹ ਆਪਣੀ ਜ਼ਿੰਦਗੀ ਦੀ ਭੀਖ ਉਸ ਸ਼ਿਕਾਰੀ ਤੋਂ ਮੰਗ ਰਿਹਾ ਹੈ. ਔਰ ਹਿਰਨ ਦਾ ਪਰਿਵਾਰ ਹੈ ਜਿਹੜਾ ਹਿਰਨੀ ਹੈ ਉਸਦਾ ਪੁੱਤਰ ਹੈ ਉਹ ਵੀ ਉੱਥੇ ਹੀ ਹਨ ਜਿਨ੍ਹਾਂ ਨੂੰ ਉਸ ਹਿਰਨ ਦੀ ਆਪਣੀ ਜ਼ਿੰਦਗੀ ਵਿੱਚ ਜ਼ਰੂਰਤ ਹੈ. The hunter knew what he came for and raised his gun. ਉਸ ਸ਼ਿਕਾਰੀ ਨੂੰ ਪਤਾ ਸੀ ਕਿ ਉਹ ਕੀ ਕਰਨ ਲਈ ਆਇਆ ਹੈ ਅਤੇ ਉਸਨੇ ਆਪਣੀ ਬੰਦੂਕ ਹੈ ਜਿਹੜੀ ਉਹ ਤਾਣ ਲਈ. ਰੇਜ਼ਡ ਹਿਜ਼ ਗਨ ਦਾ ਮਤਲਬ ਹੈ ਕਿ ਆਪਣੀ ਬੰਦੂਕ ਤਾਣ ਲਈ. ਬਟ ਆਊਟ ਆਫ ਨੋਵੇਅਰ ਹੀ ਸੌ ਦਾ ਬਕਸ ਸਨ. ਪਰ ਇੰਨੇ ਚਿਰ ਨੂੰ ਪਤਾ ਨਹੀਂ ਕਿੱਥੋਂ ਉਸਦਾ ਧਿਆਨ ਉਸ ਹਿਰਨ ਦੇ ਪੁੱਤਰ ਉੱਤੇ ਚਲਾ ਗਿਆ, ਉਸ ਹਿਰਨ ਦੇ ਬੱਚੇ ਉੱਤੇ ਚਲਾ ਗਿਆ. ਇਟ ਵਾਜ਼ ਕਿਊਟ ਟੂ ਸੇ ਦਾ ਲੀਸਟ. ਕਿ ਥੋੜ੍ਹੇ ਸ਼ਬਦਾਂ ਵਿੱਚ ਵੀ ਜੇ ਕਿਹਾ ਜਾਵੇ ਤਾਂ ਇਟ ਵਾਜ਼ ਕਿਊਟ, ਬਹੁਤ ਹੀ ਪਿਆਰਾ ਸੀ ਉਹ. ਐਂਡ ਇਫ ਹੀ ਕਿਲਡ ਦਾ ਬਕ ਹੀ ਵੁੱਡ ਫੀਲ ਲਾਈਕ ਅ ਬੀਸਟ. ਸ਼ਿਕਾਰੀ ਦੇ ਅੰਦਰ ਇੱਕ ਭਾਵਨਾ ਆ ਰਹੀ ਹੈ ਕਿ ਜੇ ਉਸਨੇ ਉਸ ਹਿਰਨ ਨੂੰ ਮਾਰ ਦਿੱਤਾ ਤਾਂ ਉਹ ਇੱਕ ਜਾਨਵਰ ਦੀ ਤਰ੍ਹਾਂ ਹੀ ਹੋਏਗਾ. ਹੀ ਵੁੱਡ ਲਾਈਕ ਅ ਬੀਸਟ ਕਿ ਇੱਕ ਜੰਗਲੀ ਜਾਨਵਰ ਦੀ ਤਰ੍ਹਾਂ ਹੀ ਉਹ ਵੀ ਤਾਂ ਹੈ ਕਿ ਜਾਨਵਰ 'ਚ ਅਤੇ ਉਹਦੇ ਵਿੱਚ ਕੋਈ ਫਰਕ ਨਹੀਂ ਹੈ. ਫਿਰ The hunter looked at the deer again. ਉਸ ਸ਼ਿਕਾਰੀ ਨੇ ਫਿਰ ਤੋਂ ਉਸ ਹਿਰਨ ਵੱਲ ਵੇਖਿਆ and something grew in him. ਅਤੇ ਇੱਕ ਕੁਛ ਉਸਦੇ ਅੰਦਰ ਹੀ ਅੰਦਰ ਕਹਿੰਦੇ ਪੈਦਾ ਹੋਣ ਲੱਗਿਆ. grew in him that means ਕਿ ਉਹਦੇ ਅੰਦਰ ਦਇਆ ਦੀ ਭਾਵਨਾ, ਉਸ ਸ਼ਿਕਾਰ ਨੂੰ ਛੱਡਣ ਦੀ ਭਾਵਨਾ, ਉਸ ਹਿਰਨ ਦੀ ਜਾਨ ਨੂੰ ਬਖਸ਼ਣ ਦੀ ਭਾਵਨਾ ਹੈ ਜਿਹੜੀ ਉਹ ਪੈਦਾ ਹੋਣ ਲੱਗ ਪਈ. ਇਸ ਸਟੈਂਜਾ 'ਚ ਅਸੀਂ ਇਹ ਰੀਡ ਕੀਤਾ ਹੈ ਕਿ ਸ਼ਿਕਾਰੀ ਨੂੰ ਆਪਣਾ ਸ਼ਿਕਾਰ ਕਰਨ ਦਾ ਵੀ ਪਤਾ ਹੈ ਕਿ ਉਹ ਸ਼ਿਕਾਰ ਕਰਨ ਲਈ ਆਇਆ ਹੈ, ਪਰ ਉਸ ਹਿਰਨ ਦੇ ਪਿਆਰੇ ਜਿਹੇ ਪੁੱਤਰ ਨੂੰ ਵੇਖ ਕੇ ਉਸ ਦੀਆਂ ਜਿਹੜੀ ਦਇਆ ਦੀ ਭਾਵਨਾ ਹੈ ਉਹ ਹੋਰ ਵੀ ਵਧਣੀ ਸ਼ੁਰੂ ਹੋ ਜਾਂਦੀ ਹੈ ਅੰਦਰੋਂ ਉਸਨੂੰ ਲੱਗਦਾ ਹੈ ਕਿ ਜੇ ਉਹ ਉਸ ਹਿਰਨ ਨੂੰ ਮਾਰ ਦੇਵੇਗਾ ਤਾਂ ਉਹ ਆਪ ਇੱਕ ਕਿਸੇ ਜਾਨਵਰ ਨਾਲੋਂ ਘੱਟ ਨਹੀਂ ਹੋਵੇਗਾ. ਔਰ ਜਦੋਂ ਦੁਬਾਰਾ ਉਹ ਉਸ ਹਿਰਨ ਵੱਲ ਵੇਖਦਾ ਹੈ ਤਾਂ ਉਹ ਜਿਹੜੀ ਭਾਵਨਾ ਹੈ ਦਇਆ ਦੀ ਉਹ ਉਸਦੇ ਅੰਦਰ ਵਧਣ ਲੱਗ ਜਾਂਦੀ ਹੈ. He gathered some nuts and fed the deer and he felt the deer's lack of fear. ਉਸਨੇ ਉੱਥੋਂ ਕੁਝ ਸੁੱਕੇ ਮੇਵੇ ਇਕੱਠੇ ਕੀਤੇ ਅਤੇ ਉਸ ਹਿਰਨ ਨੂੰ ਖਾਣ ਲਈ ਦਿੱਤੇ. ਔਰ ਉਹਨੇ ਮਹਿਸੂਸ ਕੀ ਕੀਤਾ ਕਿ ਹੁਣ ਜਿਹੜਾ ਉਹ ਹਿਰਨ ਹੈ ਉਹਦੇ ਵਿੱਚ ਜਿਹੜਾ ਸ਼ਿਕਾਰੀ ਦਾ ਡਰ ਸੀ ਉਹਨੂੰ ਪਹਿਲਾਂ ਨਾਲੋਂ ਘੱਟ ਗਿਆ ਹੈ. ਲੈਕ ਆਫ ਫੀਅਰ ਦੈਟ ਮੀਨਸ ਕਿ ਉਹ ਸ਼ਿਕਾਰੀ ਦਾ ਜਿਹੜਾ ਡਰ ਹੈ ਉਹ ਘੱਟ ਗਿਆ ਹੈ. ਹੀ ਸਮਾਈਲਡ ਅ ਗ੍ਰੇਟ ਬਿਗ ਸਮਾਈਲ. ਉਸ ਸ਼ਿਕਾਰੀ ਦੇ ਚਿਹਰੇ 'ਤੇ ਇੱਕ ਬਹੁਤ ਵਧੀਆ, ਬਹੁਤ ਇੱਕ ਸੋਹਣੀ ਮੁਸਕਰਾਹਟ ਆਉਂਦੀ ਹੈ. ਹੀ ਸਟੇਡ ਵਿਦ ਦ ਡੀਅਰ ਫॉर ਅ ਵਾਈਲ. ਥੋੜ੍ਹੇ ਸਮੇਂ ਦੇ ਲਈ ਉਹ ਉਸ ਸ਼ਿਕਾਰੀ ਜਿਹੜਾ ਹੈ ਉਸ ਹਿਰਨ ਦੇ ਨਾਲ ਉੱਥੇ ਰਹਿੰਦਾ ਹੈ. ਐਂਡ ਹੀ ਵੈਂਟ ਹੋਮ ਫੀਲਿੰਗ ਗ੍ਰੇਟ. ਅਤੇ ਇੱਕ ਬੜੀ ਚੰਗੀ ਭਾਵਨਾ ਲੈ ਕੇ ਉਹ ਆਪਣੇ ਘਰ ਜਾਂਦਾ ਹੈ ਕਿ ਅੱਜ ਉਸਨੇ ਇੱਕ ਜੀਵ ਦੀ ਜਾਨ ਹੈ ਜਿਹੜੀ ਉਹ ਬਖਸ਼ ਦਿੱਤੀ ਸੀਗੀ. ਤਾਂ ਇਸ ਸਟੈਂਜਾ 'ਚ ਅਸੀਂ ਰੀਡ ਕੀਤਾ ਹੈ ਕਿ ਉਹ ਜਿਹੜਾ ਸ਼ਿਕਾਰੀ ਹੈ ਉਹ ਉਸਨੂੰ ਸ਼ਿਕਾਰ ਕਰਨ ਦੀ ਬਜਾਏ ਖੁਦ ਉਸਨੂੰ ਖਾਣ ਲਈ ਕੁਝ ਦੇ ਰਿਹਾ ਹੈ. ਔਰ ਜਿਹੜਾ ਉਹ
ਜੀਵ ਹੈ, ਜਿਹੜਾ ਉਹ ਹਿਰਨ ਹੈ, ਉਸ ਦੇ ਅੰਦਰੋਂ ਸ਼ਿਕਾਰੀ ਦੇ ਦਇਆ ਦੀ ਭਾਵਨਾ ਨੂੰ ਮਹਿਸੂਸ ਕਰਦਿਆਂ ਹੋਇਆਂ ਉਸਦਾ ਡਰ ਹੈ ਜਿਹੜਾ ਉਹ ਘਟ ਜਾਂਦਾ ਹੈ। ਤਾਂ ਸ਼ਿਕਾਰੀ ਦੇ ਮਨ ਦੀ ਦਇਆ ਦੀ ਭਾਵਨਾ ਦੇ ਨਾਲ ਉਸਦੇ ਚਿਹਰੇ ਉੱਤੇ ਵੀ ਖੁਸ਼ੀ ਆਉਂਦੀ ਹੈ। ਉਹ ਕੁਝ ਸਮਾਂ ਉਸ ਹਿਰਨ ਦੇ ਨਾਲ ਉੱਥੋਂ ਬਿਤਾ ਕੇ ਇੱਕ ਮਨੁੱਖਤਾ ਦੀ ਭਾਵਨਾ ਆਪਣੇ ਅੰਦਰ ਲੈ ਕੇ ਉੱਥੋਂ ਚਲਾ ਜਾਂਦਾ ਹੈ। ਸੋ ਦਿਸ ਵਾਜ਼ the explanation of the poem. In our next video we shall go through the exercise and rhyming words and question answers of this poem.